ਰਾਤ ਉਗਲਾਂਦੀ ਪਈ, ਕਿਸੇ ਨੇ ਇਨਸਾਨ ਦੀ ਛਾਤੀ ਨੂੰ ਸੰਨ ਲਾਈ ਹੈ। ਹਰ ਚੋਰੀ ਤੋਂ ਭਿਆਨਕ ਕਿ ਸੁਪਨਿਆਂ ਦੀ ਚੋਰੀ ਹੈ। ਚੋਰਾਂ ਦੇ ਖੁਰੇ ਹਰ ਦੇਸ਼ ਦੇ, ਹਰ ਸ਼ਹਿਰ ਦੀ, ਹਰ ਸੜਕ ਤੇ ਬੈਠੇ, ਪਰ ਕੋਈ ਅੱਖ ਤੱਕਦੀ ਨਹੀਂ ਨਾ ਚੌਂਕਦੀ। ਸਿਰਫ ਇੱਕ ਕੁੱਤੇ ਦੀ ਤਰ੍ਹਾਂ ਇੱਕ ਸੰਗਲੀ ਦੇ ਨਾਲ ਬੱਝੀ, ਕਿਸੇ ਵੇਲੇ ਕਿਸੇ ਦੀ ਕੋਈ ਨਜ਼ਮ ਭੌਂਕਦੀ। ਸਾਹਿਤਕ ਗਗਨ ਮੰਡਲ ਦੇ ਉੱਚੇ ਮੁਕਾਮ ਤੇ ਬਿਰਾਜਮਾਨ ਰਹੀ ਅੰਮ੍ਰਿਤਾ ਪ੍ਰੀਤਮ ਬਾਰੇ ਗੱਲ ਕਰਨ ਵਾਸਤੇ ਉਸ ਨੂੰ ਸਮੁੱਚੇ ਰੂਪ ਵਿੱਚ ਪਕੜਨਾ ਬਹੁਤ ਔਖਾ ਹੈ। ਉਸ ਦੀ ਸ਼ਖਸੀਅਤ ਦੇ ਬੇਸ਼ੁਮਾਰ ਪਹਿਲੂ ਨੇ। ਕੋਈ ਆਖਦਾ ਹੈ ਅੰਮ੍ਰਿਤਾ ਦੇ ਮੱਥੇ ਵਿੱਚ ਇੱਕ ਲਾਟ ਬਲਦੀ ਹੈ, ਦੂਜੇ ਦਾ ਮਤ ਹੈ ਅੰਮ੍ਰਿਤਾ ਮਨ ਦੀ ਸਰਲ ਹੈ ਤੇ ਸੋਚ ਦੀ ਤਰਲ ਹੈ। ਇੱਕ ਹੋਰ ਅਨੁਸਾਰ ਅੰਮ੍ਰਿਤਾ ਪ੍ਰੀਤਮ ਮੋਹ ਮੁਹੱਬਤ ਦੀ ਜਿਉਂਦੀ ਜਾਗਦੀ ਮੂਰਤ ਹੈ। ਕੋਈ ਉਸ ਨੂੰ ਸਾਹਿਤਕ ਕਿਰਤਾਂ ਦੀ ਕਦਰਦਾਨ ਮੰਨਦਾ ਹੈ, ਕੋਈ ਦਰਦਮੰਦਾਂ ਦੀ ਮਹਿਰਮ ਕਹਿੰਦਾ ਹੈ ਤੇ ਕੋਈ ਰੂਹਾਨੀ ਕਦਰਾਂ ਕੀਮਤਾਂ ਦੀ ਸਾਧਕ ਆਖਦਾ ਹੈ। ਅੰਮ੍ਰਿਤਾ ਬਾਰੇ ਜਿੰਨੇ ਵਿਦਵਾਨਾਂ ਨੇ ਆਖਿਆ, ਸ਼ਾਇਦ ਹੀ ਕਿਸੇ ਪੰਜਾਬੀ ਲੇਖਕ ਨੂੰ ਅਜਿਹਾ ਸੁਭਾਗ ਪ੍ਰਾਪਤ ਹੋਇਆ ਹੋਵੇ। ਪਰ ਇਸ ਮੁਕਾਮ ਤੇ ਪਹੁੰਚ ਕੇ ਵੀ ਅੰਮ੍ਰਿਤਾ ਅੰਦਰ ਨਿਰਮਾਣਤਾ ਭਾਰੂ ਰਹੀ। ਮਾਣ ਸੁੱਚੇ ਇਸ਼ਕ ਦਾ ਹੈ, ਹੁਨਰ ਦਾ ਦਾਵਾ ਨਹੀਂ। ਅੰਮ੍ਰਿਤਾ ਪ੍ਰੀਤਮ ਦੀ ਆਵਾਜ਼ ਵਿੱਚ। ਅਗਰ ਜ਼ਿੰਮੇਵਾਰੀਆਂ ਦਾ ਤਾਲੁਕ ਅਵਾਰਡ ਨਾਲ ਹੋਵੇ ਤਾਂ ਜ਼ਿੰਮੇਵਾਰੀਆਂ ਕਾਹਦੀ, ਉਹ ਉਸ ਤੋਂ ਬਗੈਰ ਵੀ ਸਨ। ਇਹ ਅਵਾਰਡ ਹੁੰਦਾ ਜਾਂ ਨਾ ਹੁੰਦਾ, ਇਹ ਇੱਕ ਬਾਹਰ ਦੀ ਚੀਜ਼ ਹੈ। ਮਿਲ ਜਾਏ ਤੇ ਦੋਸਤਾਂ ਵੱਲੋਂ ਮਿਲੀ ਹੋਈ ਫੁੱਲਾਂ ਦੀ ਖੁਸ਼ਬੂ ਸਮਝ ਕੇ ਉਹਨਾਂ ਦੀ ਸ਼ੁਕਰਗੁਜ਼ਾਰ ਹਾਂ। ਨਾ ਮਿਲੇ ਤੇ ਕੋਈ ਸ਼ਿਕਵਾ ਨਹੀਂ, ਪਰ ਜ਼ਿੰਮੇਵਾਰੀ ਦਾ ਅਹਿਸਾਸ ਲੇਖਕ ਦਾ ਆਪਣੀ ਕਲਮ ਨਾਲ ਹੁੰਦਾ ਤੇ ਕਲਮ ਦਾ ਸਮਾਜ ਨਾਲ ਹੁੰਦਾ। ਉਹਦੇ ਸਵੈ ਤੋਂ ਸ਼ੁਰੂ ਹੋ ਕੇ ਜਿਹੜਾ ਸਮਾਜ ਤੱਕ ਰਿਸ਼ਤਾ ਹੈ, ਉਹ ਸਵੈ ਦਾ ਹੀ ਰਿਸ਼ਤਾ ਹੈ। ਰਾਹੁਲ ਸੰਕਰਤਾਇਨ ਨੇ ਬਹੁਤ ਵੱਡੀ ਤੇ ਵਾਜਬ ਗੱਲ ਕਹੀ ਹੈ। ਇਹ ਸਹੀ ਖੁਸ਼ਨਸੀਬੀ ਹੈ ਕਿ ਅਸੀਂ ਉਸ ਸਦੀ ਵਿੱਚ ਸਾਹ ਲੈ ਰਹੇ ਹਾਂ, ਵਿਚਰ ਰਹੇ ਹਾਂ, ਜੇ ਇਸ ਸਦੀ ਨੇ ਸਾਨੂੰ ਅੰਮ੍ਰਿਤਾ ਪ੍ਰੀਤਮ ਵਰਗੀ ਮਹਾਨ ਲੇਖਕਾ ਦਿੱਤੀ ਹੈ। ਇਹ ਸੱਚਾਈ ਹੈ। ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਇੱਕ ਅਜਿਹਾ ਦੌਰ ਸੀ ਜਦੋਂ ਅੰਮ੍ਰਿਤਾ ਵੱਲੋਂ ਕੱਢੇ ਜਾ ਰਹੇ ਮਾਸਿਕ ਸਾਹਿਤਕ ਪੱਤਰ ਨਾਗਮਣੀ ਵਿੱਚ ਛਪਣਾ ਲੇਖਕ ਗੌਰਵ ਮਹਿਸੂਸ ਕਰਦੇ ਸਨ। ਅੰਮ੍ਰਿਤਾ ਪ੍ਰੀਤਮ ਦੀ ਆਪਣੀ ਸ਼ਖਸੀਅਤ ਵਿੱਚ ਇੱਕ ਅਜਿਹੀ ਚੁੰਬਕੀ ਖਿੱਚ ਸੀ ਜੋ ਲੇਖਕ, ਵਿਦਵਾਨ, ਕਲਾਕਾਰ, ਅਦਾਕਾਰ ਉਸ ਦੇ ਨੇੜੇ ਗਿਆ, ਉਸ ਦਾ ਪ੍ਰਸ਼ੰਸਕ ਬਣ ਗਿਆ। ਲੇਖਕ ਉਸ ਨੂੰ ਆਪਣੇ ਹੀ ਢੰਗ ਨਾਲ ਯਾਦ ਕਰਦੇ ਨੇ। ਦਲੀਪ ਕੌਰ ਟਿਵਾਣਾ ਨੇ ਅੰਮ੍ਰਿਤਾ ਬਾਰੇ ਕਿਹਾ ਹੈ, ਭਾਵੇਂ ਅੰਮ੍ਰਿਤਾ ਹੁਣ ਇਸ ਧਰਤੀ ਤੇ ਨਹੀਂ ਰਹੀ, ਪਰ ਸਾਡੇ ਚੇਤਿਆਂ ਵਿੱਚੋਂ ਉਹ ਕਦੇ ਨਹੀਂ ਗਈ। ਇੱਕ ਥਾਂ ਅੰਮ੍ਰਿਤਾ ਸ਼ਾਹ ਹੁਸੈਨ ਨੂੰ ਆਪਣੇ ਵੱਖਰੇ ਅੰਦਾਜ਼ ਨਾਲ ਸੰਬੋਧਨ ਕਰਦੀ ਹੈ, ਮੇਰੇ ਸ਼ਾਹ ਹੁਸੈਨ ਜੀ, ਕਦੇ ਤੁਸੀਂ ਕਿਹਾ ਸੀ ਨੀ ਮੈਂ ਝੋਕ ਰਾਂਝਣ ਦੀ ਜਾਣਾ, ਨਾਲ ਮੇਰੇ ਕੋਈ ਚੱਲੇ। ਤੁਹਾਡੇ ਵਾਲੀ ਇਕੱਲਤਾ ਮੈਂ ਵੀ ਚੱਲੀ ਹੋਈ ਹੈ, ਇਸ ਲਈ ਇਹਦਾ ਦਰਦ ਪਛਾਣਦੀ ਹਾਂ। ਪਰ ਵੇਖੋ ਅੱਜ ਮੇਰੀ ਯਾਦ ਵਿੱਚ ਕਿੰਨੇ ਹੀ ਅੱਖਰਾਂ ਵਾਲੇ ਆ ਰਲੇ ਨੇ ਰਾਂਝਣ ਦੀ ਝੋਕ ਜਾਣ ਲਈ। ਅੰਮ੍ਰਿਤਾ ਪ੍ਰੀਤਮ ਜਿਹਨੇ ਤਨੋਂ ਮਨੋਂ ਅੱਖਰਾਂ ਨਾਲ ਹੀ ਪਰਨਾਈ ਹੋਈ ਸੀ। ਪੰਛੀ ਰੂਹ ਦਾ ਜਦੋਂ ਵੀ ਆਣ ਬਹਿੰਦਾ, ਚੋਗ ਚੁਗਦਾ ਏ ਕਾਲੇ ਅੱਖਰਾਂ ਦੀ। ਅੰਮ੍ਰਿਤਾ ਦਾ ਜਨਮ ਗੁਜਰਾਂਵਾਲਾ ਵਿਖੇ ਹੋਇਆ। 8 ਵਰ੍ਹਿਆਂ ਦੀ ਉਮਰ ਸੀ ਜਦ ਪਹਿਲੀ ਵਾਰ ਕਵਿਤਾ ਲਿਖਣ ਉੱਪਰ ਪਿਤਾ ਕਰਤਾਰ ਸਿੰਘ ਹਿਤਕਾਰੀ ਵੱਲੋਂ ਥੱਪੜ ਦਾ ਪੁਰਸਕਾਰ ਮਿਲਿਆ। ਫਿਰ ਵੀ 16 ਵਰ੍ਹਿਆਂ ਦੀ ਉਮਰ 'ਚ ਪਹਿਲੀ ਕਾਵਿ ਪੁਸਤਕ ਠੰਡੀਆਂ ਕਿਰਨਾਂ ਛਪ ਗਈ। ਵਿਆਹ ਵੀ ਜਲਦੀ ਹੋ ਗਿਆ ਪ੍ਰੀਤਮ ਸਿੰਘ ਕਵਾਤੜਾ ਨਾਲ, ਤੇ ਉਹ ਅੰਮ੍ਰਿਤ ਕੌਰ ਤੋਂ ਅੰਮ੍ਰਿਤਾ ਪ੍ਰੀਤਮ ਬਣ ਗਈ। ਉੱਘੇ ਸਾਹਿਤਕਾਰ ਜਸਬੀਰ ਭੁੱਲਰ ਨੇ ਅੰਮ੍ਰਿਤਾ ਉੱਤੇ ਕਿਤਾਬ ਵੀ ਲਿਖੀ ਹੈ। ਉਹਨਾਂ ਦਾ ਕਹਿਣਾ ਹੈ, ਜਦੋਂ ਅੰਮ੍ਰਿਤਾ ਪ੍ਰੀਤਮ ਅੰਮ੍ਰਿਤ ਕੌਰ ਹੁੰਦੀ ਸੀ, ਉਦੋਂ ਪ੍ਰੀਤ ਲੜੀ ਰਸਾਲੇ ਵਿੱਚ ਉਹਦੀ ਇੱਕ ਨਜ਼ਮ ਛਪੀ ਸੀ। ਉਹ ਵੇਲਾ 1936 ਦਾ ਸੀ। ਉਹ ਨਜ਼ਮ ਸੀ, ਇੱਕ ਨਿੱਕੀ ਨਿੱਕੀ ਆਹ ਨਿਕਲੀ ਮੇਰੇ ਕੁੱਟੇ ਮੀਟੇ ਬੁੱਲਾਂ ਚੋਂ, ਕਿ ਮੇਰਾ ਕਿਸੇ ਤੇ ਹੱਕ ਨਹੀਂ ਜੀਵਨ ਦੀਆਂ ਲੱਖਾਂ ਖੁੱਲਾਂ ਚੋਂ। ਉਸ ਦਾ ਜਿਉਣਾ ਉਸ ਵੇਲੇ ਤੋਂ ਹੀ ਹੱਕ ਅਤੇ ਖੁੱਲਾਂ ਦਾ ਜਿਉਣਾ ਸੀ। ਮਨ ਮਰਜ਼ੀ ਦੇ ਜਿਉਣ ਵਿੱਚੋਂ ਉਹਦੀਆਂ ਨਜ਼ਮਾਂ ਨੇ ਵੀ ਜਨਮ ਲਿਆ ਅਤੇ ਉਹਦੀ ਵਾਰਤਕ, ਨਾਵਲ,
ਕਹਾਣੀਆਂ ਅਤੇ ਜੀਵਨ ਦੇ ਫਲਸਫੇ ਨੇ ਵੀ। ਪਰ ਜੀਵਨ ਦਾ ਸਾਰਾ ਪੈਂਡਾ ਇੰਨਾ ਸੌਖਾ ਤੇ ਖੁਸ਼ਗਵਾਰ ਨਹੀਂ ਸੀ। ਸੰਘਰਸ਼ ਦੇ ਦਿਨਾਂ 'ਚ ਪਾਰਟ ਟਾਈਮ ਨੌਕਰੀ ਕੀਤੀ, ਭਾਵੇਂ ਬਾਅਦ ਵਿੱਚ ਦੇਸ਼ ਦੀਆਂ 6 ਯੂਨੀਵਰਸਿਟੀਆਂ ਨੇ ਉਸ ਨੂੰ ਡੀ.ਲਿਟ ਦੀਆਂ ਡਿਗਰੀਆਂ ਦਿੱਤੀਆਂ। 1956 ਵਿੱਚ ਸਾਹਿਤ ਅਕਾਦਮੀ ਦਾ ਅਵਾਰਡ ਮਿਲਿਆ। 1969 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤੀ ਗਈ ਤੇ 1982 ਵਿੱਚ ਭਾਰਤੀ ਗਿਆਨਪੀਠ ਨੇ ਸਨਮਾਨਿਤ ਕੀਤਾ। ਉਹ ਰਾਜ ਸਭਾ ਦੀ ਮੈਂਬਰ ਵੀ ਮਨੋਨੀਤ ਹੋਈ। ਇਹਨਾਂ ਸਭ ਕੁਝ ਹੋਣ ਦੇ ਬਾਵਜੂਦ ਨਾ ਉਹ ਆਪਣੇ ਸੰਘਰਸ਼ ਦੇ ਦਿਨ ਭੁੱਲੀ ਤੇ ਨਾ ਉਸਨੇ ਆਪਣੇ ਪੈਰਾਂ ਹੇਠੋਂ ਜ਼ਮੀਨ ਛੱਡੀ। ਇੱਕ ਦਰਦ ਸੀ ਜੋ ਸਿਗਰਟ ਦੀ ਤਰ੍ਹਾਂ ਮੈਂ ਚੁੱਪਚਾਪ ਪੀਤਾ ਏ। ਸਿਰਫ ਕੁਝ ਨਜ਼ਮਾਂ ਹਨ ਜੋ ਸਿਗਰਟ ਦੇ ਨਾਲੋਂ ਰਾਖ ਵਾਂਗ ਝਾੜੀਆਂ ਨੇ। ਹਿੰਦ ਪਾਕ ਦੀ ਵੰਡ ਨੂੰ ਅੰਮ੍ਰਿਤਾ ਪ੍ਰੀਤਮ ਨੇ ਦਿਲੋਂ ਸਵੀਕਾਰ ਨਹੀਂ ਸੀ ਕੀਤਾ। ਉਸ ਦੌਰ ਵਿੱਚ ਜੋ ਕਤਲੇਆਮ ਹੋਇਆ, ਬਲਾਤਕਾਰ ਹੋਏ, ਲੁੱਟਾਂ ਖੋਹਾਂ ਹੋਈਆਂ, ਘਰ ਉਜੜੇ, ਇਨਸਾਨੀਅਤ ਦਾ ਘਾਣ ਹੋਇਆ, ਅੰਮ੍ਰਿਤਾ ਨੇ ਵਲੂੰਦਰੇ ਹਿਰਦੇ ਨਾਲ ਵਾਰਿਸ ਸ਼ਾਹ ਨੂੰ ਆਵਾਜ਼ਾਂ ਮਾਰੀਆਂ। ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵਹਿਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ। ਇਹ ਵੀ ਸੁਣਿਆ ਹੈ ਕਿ 1947 ਦੀ ਵੰਡ ਦੇ ਦੁਖਾਂਤ ਬਾਰੇ ਅੰਮ੍ਰਿਤਾ ਪ੍ਰੀਤਮ ਦੀ ਇੱਕ ਕਵਿਤਾ ਪਾਕਿਸਤਾਨ ਵਿੱਚ ਵਾਰਿਸ ਸ਼ਾਹ ਦੀ ਮਜ਼ਾਰ ਉੱਤੇ ਹਰ ਵਰੇ ਮਨਾਏ ਜਾਂਦੇ ਉਰਸ ਸਮੇਂ ਜਦੋਂ ਰੌਸ਼ਨੀਆਂ ਦੇ ਪ੍ਰਭਾਵ ਵਿੱਚ ਪੜੀ ਜਾਂਦੀ ਹੈ ਤਾਂ ਉਸ ਸਮੇਂ ਉੱਥੇ ਹਾਜ਼ਰ ਲੋਕ ਨਜ਼ਮ ਵਿਚਲਾ ਦਰਦ ਸੁਣ ਕੇ ਰੋਣ ਲੱਗਦੇ ਨੇ। ਆਪਣੀ ਮੈਗਜ਼ੀਨ ਨਾਗਮਣੀ ਵਿੱਚ ਅੰਮ੍ਰਿਤਾ ਨੇ ਅਕਸਰ ਪਾਕਿਸਤਾਨੀ ਲੇਖਕਾਂ ਨੂੰ ਵਿਸ਼ੇਸ਼ ਸਥਾਨ ਦਿੱਤਾ। ਉਹ ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਪਿਆਰ ਕਰਦੀ ਸੀ। ਇੱਕ ਵਿਦਵਾਨ ਨੇ ਜ਼ਿਕਰ ਕੀਤਾ, ਅੰਮ੍ਰਿਤਾ ਪ੍ਰੀਤਮ ਹਰ ਜ਼ੁਬਾਨ ਦੀ ਲੇਖਕਾ ਸੀ। ਉਹ ਜਿਸ ਭਾਸ਼ਾ 'ਚ ਵੀ ਛਪਦੀ ਸੀ ਉਸੇ ਭਾਸ਼ਾ ਦੀ ਲੇਖਕਾ ਜਾਪਦੀ ਸੀ। ਉਸ ਦੇ ਸ਼ਬਦਾਂ ਦਾ ਇਹੀ ਜਾਦੂ ਸੀ। ਕੁਝ ਵਿਦਵਾਨ ਤਾਂ ਅੰਮ੍ਰਿਤਾ ਨੂੰ ਇੱਥੋਂ ਤੱਕ ਮੰਨਦੇ ਨੇ ਕਿ ਉਹ ਸਾਹਿਤ ਦੀ ਸਭ ਤੋਂ ਵੱਡੀ ਅਰਥਪੂਰਨ ਪਰਪੱਕ ਕਵਿਤਰੀ ਸੀ। ਉਸ ਦਾ ਦਰਜਾ ਕਿਸੇ ਵੀ ਪੱਖ ਤੋਂ ਰਵਿੰਦਰਨਾਥ ਟੈਗੋਰ ਜਾਂ ਮਹਾਦੇਵੀ ਵਰਮਾ ਤੋਂ ਘੱਟ ਨਹੀਂ ਸੀ। ਆਕਾਸ਼ਵਾਣੀ ਨਾਲ ਗੱਲ ਕਰਦਿਆਂ ਇੱਕ ਵਾਰ ਅੰਮ੍ਰਿਤਾ ਪ੍ਰੀਤਮ ਨੇ ਦੱਸਿਆ ਸੀ, ਮੇਰੇ ਲਈ ਲਿਖਣਾ ਇੰਪੋਰਟੈਂਟ ਨਹੀਂ ਹੈ, ਮੇਰੇ ਲਈ ਲੋਕ ਜਿਹੜੇ ਨੇ ਉਹਨਾਂ ਦੀ ਅਹਿਮੀਅਤ ਹੈ। ਜੇ ਮੇਰੀ ਕਲਮ ਕਿਸੇ ਨੂੰ ਦੁੱਖ ਦੇਵੇ, ਕਿਸੇ ਨੂੰ ਪਰੇਸ਼ਾਨ ਕਰੇ ਸਮਾਜਿਕ ਤੌਰ ਤੇ ਜਾਂ ਜ਼ਾਤੀ ਤੌਰ ਤੇ ਮੈਂ ਉਸ ਕਲਮ ਨੂੰ ਕੀ ਕਰਾਂ। ਅੰਮ੍ਰਿਤਾ ਪ੍ਰੀਤਮ ਦਾ ਜੀਵਨ ਲੋਕ ਕਥਾਵਾਂ ਵਾਂਗ ਸਾਹਿਤ ਪ੍ਰੇਮੀਆਂ ਵਿੱਚ ਚਰਚਿਤ ਰਿਹਾ ਹੈ। ਜ਼ਿੰਦਗੀ ਦੇ ਕੁਝ ਵਰੇ ਉਸਨੇ ਸਾਹਿਰ ਲੁਧਿਆਣਵੀ ਦੇ ਨਾਮ ਵੀ ਕੀਤੇ। ਅੰਮ੍ਰਿਤਾ ਨੂੰ ਚਾਹਣ ਵਾਲੇ ਸਾਰੇ ਜਾਣਦੇ ਸਨ। ਅੰਮ੍ਰਿਤਾ ਦੀ ਲੰਮੀ ਕਵਿਤਾ ਸੁਨੇੜੇ ਸਾਹਿਰ ਲੁਧਿਆਣਵੀ ਬਾਰੇ ਹੀ ਲਿਖੀ ਗਈ ਸੀ। ਅੰਮ੍ਰਿਤਾ ਪ੍ਰੀਤਮ ਨੇ ਖੁਦ ਇੱਕ ਥਾਂ ਲਿਖਿਆ, ਇੱਕ ਵਾਰ ਕਿਸੇ ਉਰਦੂ ਮੁਸ਼ਾਇਰੇ ਤੋਂ ਬਾਅਦ ਸਾਹਿਰ ਨੂੰ ਪਸੰਦ ਕਰਨ ਵਾਲੇ ਉਸ ਦੇ ਆਟੋਗ੍ਰਾਫ ਲੈ ਰਹੇ ਸਨ ਤਾਂ ਮੈਂ ਵੀ ਹੱਸ ਕੇ ਉਸ ਅੱਗੇ ਆਪਣੇ ਹੱਥ ਦੀ ਤਲੀ ਕਰ ਦਿੱਤੀ। ਸਾਹਿਰ ਨੇ ਪੈਨ ਦੀ ਸਿਆਹੀ ਅੰਗੂਠੇ ਨੂੰ ਲਾ ਕੇ ਉਹ ਅੰਗੂਠਾ ਮੇਰੀ ਤਲੀ ਤੇ ਲਾ ਦਿੱਤਾ। ਇਹ ਇਬਾਰਤ ਨਾ ਕਦੇ ਉਸਨੇ ਪੜ੍ਹੀ ਤੇ ਨਾ ਜ਼ਿੰਦਗੀ ਨੇ। ਇਸ ਲਈ ਕਹਿ ਸਕਦੀ ਹਾਂ, ਸਾਹਿਰ ਇੱਕ ਖਿਆਲ ਸੀ ਹਵਾ ਵਿੱਚ ਲਰਜ਼ਦਾ, ਪਰ ਇਮਰੋਜ਼ ਨਾਲ ਗੁਜ਼ਾਰੀ ਜ਼ਿੰਦਗੀ ਬੇਖੁਦੀ ਦੇ ਆਲਮ ਤੱਕ ਪਹੁੰਚ ਗਈ। ਇਮਰੋਜ਼ ਦੇ ਜ਼ਿਕਰ ਬਿਨਾਂ ਅੰਮ੍ਰਿਤਾ ਬਾਰੇ ਕੀਤੀ ਗੱਲ ਅਧੂਰੀ ਰਹੇਗੀ। ਅੰਤਮ ਸਾਹ ਤੱਕ ਇਮਰੋਜ਼ ਉਸ ਦੇ ਸਾਥ ਰਿਹਾ। ਅੰਮ੍ਰਿਤਾ ਦੇ ਨਾਲ ਉਹ ਖੁਦ ਮੰਨਿਆ, ਰਲ ਗਈ ਸੀ ਇਸ ਦੇ ਵਿੱਚ ਇੱਕ ਬੂੰਦ ਤੇਰੇ ਇਸ਼ਕ ਦੀ, ਇਸ ਲਈ ਮੈਂ ਜ਼ਿੰਦਗੀ ਦੀ ਸਾਰੀ ਕੁੜੱਤਨ ਪੀ ਲਈ। ਕਿਸੇ ਨੇ ਅੰਮ੍ਰਿਤਾ ਨੂੰ ਇਮਰੋਜ਼ ਨਾਲ ਸੰਬੰਧਾਂ ਬਾਰੇ ਪੁੱਛਿਆ ਤਾਂ ਅੰਮ੍ਰਿਤਾ ਨੇ ਇਸ ਪਵਿੱਤਰ ਦੋਸਤੀ ਬਾਰੇ ਇਉਂ ਲਿਖਿਆ, ਬਾਪ, ਵੀਰ, ਦੋਸਤ ਤੇ ਖਾਵੰਦ ਕਿਸੇ ਲਫ਼ਜ਼ ਦਾ ਨਹੀਂ ਸੀ ਕੋਈ ਰਿਸ਼ਤਾ। ਉਂਝ ਜਦ ਵੀ ਮੈਂ ਤੈਨੂੰ ਦੇਖਿਆ ਸਾਰੇ ਅੱਖਰ ਗੂੜੇ ਹੋ ਗਏ। ਇਮਰੋਜ਼ ਨਾਲ ਅੰਮ੍ਰਿਤਾ ਦੀ ਮੁਲਾਕਾਤ ਪੁਸਤਕ ਆਖਰੀ ਖੱਤ ਦਾ ਕਵਰ ਡਿਜ਼ਾਈਨ ਬਣਾਉਣ ਸਮੇਂ ਹੋਈ। ਉਦੋਂ ਦੋਹਾਂ ਨੂੰ ਪਤਾ ਨਹੀਂ ਸੀ ਕਿ ਇਹ ਮੁਲਾਕਾਤ ਇੰਨੀ ਗੂੜੀ ਦੋਸਤੀ ਵਿੱਚ ਤਬਦੀਲ ਹੋ ਜਾਏਗੀ ਜੋ ਅੰਮ੍ਰਿਤਾ ਦੇ ਆਖਰੀ ਸਾਹਾਂ ਤੱਕ ਨਿਭੇਗੀ। ਮੈਂ ਸਾਂ ਤੇ ਸ਼ਾਇਦ ਤੂੰ ਵੀ, ਮੈਂ ਛਾਵਾਂ ਦੇ ਅੰਦਰ ਡੋਲਦੀ ਇੱਕ ਛਾਂ ਸਾਂ ਤੇ ਸ਼ਾਇਦ ਤੂੰ ਵੀ ਇੱਕ ਖਾਕੀ ਜਿਹਾ ਸਾਇਆ, ਹਨੇਰਿਆਂ ਦੇ ਅੰਦਰ ਹਨੇਰਿਆਂ ਦੇ ਟੁਕੜੇ, ਪਰ ਉਹ ਪਰਾ ਇਤਿਹਾਸਕ ਸਮਿਆਂ ਦੀ ਗੱਲ ਹੈ। ਰਿਗਵੇਦ ਦੀ ਰਚਨਾ ਤਾਂ ਬਹੁਤ ਪਿੱਛੋਂ ਦੀ ਗੱਲ ਹੈ।
ਵਾਹ ਵਾਹ। ਅੰਮ੍ਰਿਤਾ ਜੀ, ਤੁਹਾਡੀਆਂ ਕਵਿਤਾਵਾਂ 'ਚ ਕੁਝ ਬਿੰਬ ਜਿਹੜੇ ਧਰਤੀ ਦਾ, ਅੰਬਰ ਦਾ, ਚੰਨ ਦਾ ਜਾਂ ਬ੍ਰਹਿਮੰਡ ਦੇ ਹੋਰ ਹਿੱਸਿਆਂ ਦਾ, ਰੋਸ਼ਨੀ ਦਾ ਬਾਰ-ਬਾਰ ਆਉਂਦੇ ਨੇ। ਔਰ ਲੇਕਿਨ ਖੂਬੀ ਔਰ ਕਮਾਲ ਇਹ ਹੈ ਕਿ ਆਮ ਤੌਰ 'ਤੇ ਖਤਰਾ ਖਦਸ਼ਾ ਹੁੰਦਾ ਵੀ ਜੇ ਇੱਕ ਬਿੰਬ ਬਾਰ-ਬਾਰ ਆਏ ਤੇ, ਜੀ ਹਾਂ, ਲੇਕਿਨ ਇਹ ਹਰ ਪ੍ਰਸੰਗ 'ਚ ਉਹ ਨਵਾਂ ਅਰਥ ਧਾਰਦਾ। ਗੱਲ ਹੈ ਕਿ ਜ਼ਿੰਦਗੀ ਇੰਨੀ ਵਿਸ਼ਾਲ ਚੀਜ਼ ਹੈ, ਜਿਸ ਤਰ੍ਹਾਂ ਸੂਰਜ ਰੋਜ਼ ਨਵਾਂ ਹੁੰਦਾ, ਕਦੇ ਪੁਰਾਣਾ ਹੁੰਦਾ ਹੀ ਨਹੀਂ। ਇਸੇ ਤਰ੍ਹਾਂ ਆਦਿ ਬਿੰਦੂ ਦੀ ਗੱਲ, ਇਨਸਾਨ ਦੀ ਗੱਲ, ਬਿੰਦੂ ਵਿੱਚੋਂ ਪੈਦਾ ਹੋਈ ਹਰਕਤ ਦੀ ਗੱਲ, ਜਿਹਨੂੰ ਅਸੀਂ ਆਪਣੇ ਮਿਥਾਸ ਦੇ ਮੁਤਾਬਕ ਸ਼ਿਵ ਸ਼ਕਤੀ ਦੀ ਗੱਲ ਕਹਿ ਸਕਦੇ ਹਾਂ, ਅਰਧ ਨਾਰੀਸ਼ਵਰ ਦੀ ਗੱਲ ਕਹਿ ਸਕਦੇ ਹਾਂ, ਤੇ ਉਹ ਕਿੱਥੇ ਪਕੜੀ ਜਾਂਦਾ? ਉਹਦੇ ਲਈ ਕਿੰਨੇ ਵੇਦ ਲਿਖੇ ਗਏ, ਕਿੰਨੇ ਪੁਰਾਣ ਲਿਖੇ ਗਏ, ਉਪਨਿਸ਼ਦ ਲਿਖੇ ਗਏ, ਕਈ ਸਦੀਆਂ ਹੋ ਗਈਆਂ, ਅੱਜ ਤੱਕ ਲਿਖਿਆ ਜਾ ਰਿਹਾ। ਇਮਰੋਜ਼ ਦੇ ਆਪਣੇ ਸ਼ਬਦਾਂ ਵਿੱਚ ਅੰਮ੍ਰਿਤਾ ਹੀਰ ਵੀ ਤੇ ਫਕੀਰ ਵੀ। ਉਸ ਦਾ ਦੀਨ ਤਖਤ ਹਜ਼ਾਰਾ ਏ ਤੇ ਪਿਆਰ ਉਸ ਦਾ ਧਰਮ। ਜਾਦੀ ਉਹ ਫਕੀਰ ਏ ਤੇ ਸੁਭਾਅ ਦੀ ਅਮੀਰ। ਉਹ ਜੋ ਇੱਕ ਹੱਥ ਨਾਲ ਕਮਾਉਂਦੀ ਹੈ, ਉਹੀ ਦੋ ਹੱਥਾਂ ਨਾਲ ਵੰਡ ਦਿੰਦੀ ਹੈ। ਉਹ ਬਹੁਤ ਖੁੱਲੇ ਸੁਭਾਅ ਦੀ ਹੈ, ਇਨਸਾਨੀਅਤ ਨੂੰ ਪਿਆਰ ਕਰਨ ਵਾਲੀ। ਅੰਮ੍ਰਿਤਾ ਦਾ ਮੂੰਹ ਜਿੰਨਾ ਹੁਸੀਨ ਹੈ, ਖੂਬਸੂਰਤ ਹੈ, ਓਨਾ ਹੀ ਮੁਸ਼ਕਲ ਹੈ। ਸਗੋਂ ਮੁਸ਼ਕਲ ਬਹੁਤ ਹੈ। ਉਹਦੇ ਮੂੰਹ ਉੱਤੇ ਪ੍ਰਭਾਵ ਇੰਨੀ ਛੇਤੀ ਬਦਲਦੇ ਨੇ। ਇਸ ਮੂੰਹ ਨੂੰ ਕਿਸੇ ਫਰੇਮ 'ਚ ਰਿਕਾਰਡ ਕਰਨਾ ਕਠਨ ਕੰਮ ਹੈ। ਮੈਂ ਬੜੇ ਮੂੰਹ ਵੇਖੇ ਨੇ, ਉਲੀਕੇ ਨੇ, ਮੈਨੂੰ ਕਿਸੇ ਦਾ ਮੂੰਹ ਇੰਨਾ ਦਿਲਚਸਪ ਤੇ ਔਖਾ ਨਹੀਂ ਲੱਗਿਆ। ਸੱਚਮੁੱਚ ਅੰਮ੍ਰਿਤਾ ਪ੍ਰੀਤਮ ਸਾਡੇ ਸਮਿਆਂ ਦੀ ਦੰਦ ਕਥਾ ਹੈ। ਪਰਛਾਵਿਆਂ ਨੂੰ ਪਕੜਨ ਵਾਲਿਓ, ਛਾਤੀ ਵਿੱਚ ਬਲਦੀ ਅੱਗ ਦਾ ਪਰਛਾਵਾਂ ਨਹੀਂ ਹੁੰਦਾ। ਅੰਮ੍ਰਿਤਾ ਪ੍ਰੀਤਮ ਕਿਸੇ ਵੱਖਰੀ ਦੁਨੀਆ ਦੀ ਵਾਸੀ ਜਾਪਦੀ ਸੀ। ਉਸ ਦੇ ਬਾਹਰ ਸੰਸਾਰ ਹੋਰ ਸੀ ਤੇ ਉਸ ਦੇ ਅੰਦਰ ਸੰਸਾਰ ਹੋਰ। ਉੱਠ ਆਪਣੇ ਘੜੇ 'ਚੋਂ ਪਾਣੀ ਦਾ ਕੌਲ ਦੇ, ਧੋ ਲਵਾਂਗੀ ਬੈਠ ਕੇ ਰਾਵਾਂ ਦੇ ਹਾਦਸੇ। ਜਦੋਂ ਰਾਜ ਸਭਾ ਵਿੱਚ ਜਾਂਦੀ ਸੀ ਤਾਂ ਉਹਦੇ ਇੱਕ ਵੱਖਰੀ ਤਰ੍ਹਾਂ ਦੀ ਅਮਰਤਾ ਹੁੰਦੀ ਸੀ। ਇੱਕ ਸੈਸ਼ਨ ਵਿੱਚ ਉਸਨੇ ਗੁੱਸੇ ਨਾਲ ਆਖਿਆ ਸੀ, ਤੁਸੀਂ ਇਹਨਾਂ ਲੋਕਾਂ ਲਈ ਰਾਖਵੀਆਂ ਸੀਟਾਂ ਰੱਖ ਕੇ ਉਹਨਾਂ ਨੂੰ ਸ਼ਡਿਊਲ ਕਾਸਟ ਆਖ ਕੇ ਉਹਨਾਂ ਦੇ ਮੱਥਿਆਂ ਤੇ ਕਿਉਂ ਲਿਖ ਰਹੇ ਹੋ ਹਮੇਸ਼ਾ ਲਈ ਕਿ ਇਹ ਹਰੀਜਨ ਤੇ ਸ਼ਡਿਊਲਡ ਕਾਸਟ ਨੇ? ਸਿਰਫ ਉਹਨਾਂ ਨੂੰ ਮੌਕੇ ਚਾਹੀਦੇ ਨੇ, ਰਾਖਵੀਆਂ ਸੀਟਾਂ ਨਹੀਂ। ਉਹਨਾਂ ਨੂੰ ਪੜ੍ਹਨ ਦੇ ਮੌਕੇ ਦਿਓ, ਕਾਬਲ ਬਣਨ ਦੇ ਮੌਕੇ ਦਿਓ, ਉਹ ਆਪਣੀ ਕਾਬਲੀਅਤ ਨਾਲ ਮੈਂਬਰ ਬਣਨ। ਇਮਰੋਜ਼ ਦੇ ਕਹਿਣ ਵਾਂਗ ਅੰਮ੍ਰਿਤਾ ਫਕੀਰ ਵੀ ਸੀ ਤੇ ਹੀਰ ਵੀ। ਉਸ ਦੀ ਕਹਾਣੀ, ਕਵਿਤਾ, ਨਾਵਲ, ਵਾਰਤਕ ਸਭ ਕੁਝ ਨਵੇਕਲਾ ਸੀ। ਆਪਣੀ ਵੱਲੋਂ ਸਾਰੀ ਗੱਲ ਮੁਕਾ ਬੈਠੇ, ਹਾਲੀ ਵੀ ਇੱਕ ਹੌਕਾ ਤੇਰੀ ਗੱਲ ਕਰੇ, ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ। ਇੱਕ ਗੱਲ ਆਮ ਕਹੀ ਜਾਂਦੀ ਹੈ, ਕੋਈ ਕਿਸੇ ਨੂੰ ਲੇਖਕ ਨਹੀਂ ਬਣਾ ਸਕਦਾ। ਇਹ ਕਰਤਾਰੀ ਵਰਦਾਨ ਹੈ। ਇਸ ਲਈ ਲੇਖਕ ਖੁਦ ਤਪੱਸਿਆ ਕਰਦਾ ਹੈ। ਪਰ ਇਹ ਧਾਰਨਾਵਾਂ ਅੰਮ੍ਰਿਤਾ ਪ੍ਰੀਤਮ ਦੇ ਸੰਦਰਭ 'ਚ ਲਾਗੂ ਨਹੀਂ ਹੁੰਦੀਆਂ। ਉਸ ਦੀ ਅਜਿਹੀ ਸ਼ਖਸੀਅਤ ਸੀ ਤੇ ਨਾਗਮਣੀ ਦਾ ਅਜਿਹਾ ਪ੍ਰਭਾਵ ਸੀ, ਉਸ ਨੇ ਪੂਰਾਂ ਦੇ ਪੂਰ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕੀਤਾ। ਉਹਨਾਂ ਦੀ ਆਵਾਜ਼ ਵੀ ਬਣੀ ਤੇ ਬਹੁਤ ਅੱਗੇ ਜਾ ਕੇ ਵੱਡੇ ਲੇਖਕਾਂ ਵਜੋਂ ਉਹ ਸਥਾਪਿਤ ਹੋਏ। ਜਿਹੜੇ ਲੇਖਕ ਅੰਮ੍ਰਿਤਾ ਪ੍ਰੀਤਮ ਦੇ ਸਮੇਂ 'ਚ ਜੀਵੇ ਨੇ ਤੇ ਜਿਨ੍ਹਾਂ ਨੂੰ ਉਸ ਦੀ ਨੇੜਤਾ ਹਾਸਲ ਰਹੀ ਹੈ, ਉਹ ਬੜੇ ਫਖਰ ਤੇ ਗਰਵ ਨਾਲ ਆਖਦੇ ਨੇ, ਅਸੀਂ ਅੰਮ੍ਰਿਤਾ ਪ੍ਰੀਤਮ ਦੀ ਸੰਗਤ ਵਿੱਚ ਕੁਝ ਪਲ ਗੁਜ਼ਾਰੇ ਨੇ। ਅੰਮ੍ਰਿਤਾ ਪ੍ਰੀਤਮ ਦਾ ਸਾਥ ਮਾਣਨ ਵਾਲੇ ਉੱਘੇ ਸਾਹਿਤਕਾਰ ਜਸਬੀਰ ਭੁੱਲਰ ਕੁਝ ਇਸ ਤਰੀਕੇ ਆਖਦੇ ਨੇ। ਅੰਮ੍ਰਿਤਾ ਪੰਜਾਬੀ ਸਾਹਿਤ ਦੀ ਲੀਜੈਂਡ ਹੈ। ਉਸਦੇ ਵੱਡੀ ਲੇਖਕਾ ਹੋਣ ਬਾਰੇ ਦੋ ਰਾਵਾਂ ਨੇ, ਪਰ ਉਹ ਸੰਪਾਦਕ ਕਿਤੇ ਵੱਧ ਵੱਡੀ ਸੀ। ਲੋਕੀ ਹੱਸ ਕੇ ਆਖਦੇ ਸਨ, ਨਾਗਮਣੀ ਪੰਜਾਬੀ ਦਾ ਇੱਕੋ ਇੱਕ ਰਸਾਲਾ ਹੈ ਜਿਸ ਦੇ ਲਿਫਾਫੇ ਨਹੀਂ ਬਣਦੇ। ਉਹਦੀ ਸੰਪਾਦਨਾ ਨੇ ਨਾਗਮਣੀ ਨੂੰ ਇੱਕ ਚਿਹਰਾ ਦਿੱਤਾ ਸੀ, ਇੱਕ ਸ਼ਖਸੀਅਤ ਦਿੱਤੀ ਸੀ। ਨਾਗਮਣੀ ਦੇ ਕਾਲਮ ਪਿਛਲਾ ਬੂਹਾ, ਕਾਲੇ ਤਿਲੀਅਰ, ਇੱਕ ਹੱਥ ਮਹਿੰਦੀ, ਇੱਕ ਹੱਥ ਛਾਲਾ, ਇੱਕ ਤਜਰਬਾ, ਦੇਸ਼ ਕਬੀਰਾ ਅਤੇ ਹੋਰ ਵੱਖਰੇ ਵੱਖਰੇ ਕਾਲਮਾਂ ਨੇ ਸਾਡੇ ਲੇਖਕਾਂ ਨੂੰ ਮਨ ਵਿੱਚ ਡੂੰਘਾ ਉਤਰਨ ਦੀ ਜਾਂਚ ਦੱਸੀ ਸੀ ਤੇ ਸਵੈ ਪਰਚੋਲ ਦੀ ਵੀ। ਕੋਈ ਵੀ ਹੋਰ ਰਸਾਲਾ ਨਾਗਮਣੀ ਵਰਗਾ ਨਾ ਪਹਿਲੋਂ ਸੀ ਤੇ ਨਾ ਅੰਮ੍ਰਿਤਾ ਦੇ ਬਾਅਦ।
ਉਹਦੀ ਸੰਪਾਦਨਾ ਵਰਗਾ ਕ੍ਰਿਸ਼ਮਾ ਕਿਸੇ ਵੀ ਹੋਰ ਕੋਲੋਂ ਨਹੀਂ ਹੋਇਆ। ਇਹ ਅਮਰਤਾ ਪ੍ਰੀਤਮ ਦੀ ਸੰਪਾਦਨਾ ਦੀ ਜਾਦੂਗਰੀ ਹੀ ਸਮਝੋ ਕਿ ਲੋਕਾਂ ਨੇ ਨਾਗਮਣੀ ਦੇ ਪੁਰਾਣੇ ਅੰਕ ਅੱਜ ਵੀ ਸਾਂਭ ਕੇ ਰੱਖੇ ਹੋਏ ਨੇ। ਨਾਗਮਣੀ ਦਾ ਕੋਈ ਵੀ ਪੁਰਾਣਾ ਅੰਕ ਜਦੋਂ ਵੀ ਫਰੋਲ ਲਵੋ ਨਵਾਂ ਹੈ। ਆਇਨ ਰੈਂਡ, ਜੈਕ ਲੰਡਨ, ਕਜ਼ਾਨ ਜਾਕਿਸ, ਨੀਮੀ, ਖਲੀਲ ਜਬਰਾਨ ਅਤੇ ਹੋਰ ਅਨੇਕ ਲੁਕਿਆ ਹੋਇਆਂ ਨਾਲ ਜਾਣ ਪਛਾਣ ਅਮਰਤਾ ਨੇ ਹੀ ਕਰਵਾਈ ਸੀ। ਉਸ ਦੀ ਕਲਮ ਤੇ ਜਿਵੇਂ ਸਰਸਵਤੀ ਦਾ ਵਾਸ ਸੀ। ਕਵੀ ਇਸ਼ਕ ਦੀ ਅੱਲਾਹੂ ਵਰਸੇ, ਮੈਂ ਧਰਤੀ ਦੀ ਰੋਹੀ, ਭਿੱਜੇ ਭਿੱਜੇ ਅੰਗ ਮੇਰੇ, ਮੈਂ ਗੰਧ ਬਾਵਰੀ ਹੋਈ। ਆਪਣੀ ਹਯਾਤੀ ਵਿੱਚ ਅਮਰਤਾ ਨੇ ਤਸਲੀਮ ਕੀਤਾ ਹੈ ਕਿ ਉਸਨੇ ਉਮਰ ਦੀ ਸਾਰੀ ਕੁੜੱਤਨ ਪੀ ਲਈ ਹੈ। ਸ਼ਾਇਦ ਇਸੇ ਕੁੜੱਤਨ ਕਾਰਨ ਉਮਰ ਦੇ ਆਖਰੀ ਵਰਿਆਂ ਵਿੱਚ ਉਸ ਦਾ ਜਿਸਮ ਸਥਲ ਪੈਂਦਾ ਗਿਆ। ਇਮਰੋਜ਼ ਨੂੰ ਵਿਲੱਖਣ ਤੇ ਬਹੁ ਅਰਥੀ ਜਾਪਦੇ ਚਿਹਰੇ ਦਾ ਜਲੌ ਮਾਂਦਾ ਪੈਂਦਾ ਗਿਆ। ਉਸ ਸਮੇਂ ਵੀ ਅਮਰਤਾ ਇੱਕ ਅਜੀਬ ਜਿਹੇ ਆਲਮ ਵਿੱਚ ਵਿਚਰ ਰਹੀ ਸੀ। ਉਸ ਨੇ ਲਿਖਿਆ ਇੱਕ ਗੰਢ ਬਾਰੇ, ਜਿਸ ਨੂੰ ਉਸਨੇ ਕੰਧ ਵਿੱਚ ਠੁਕੇ ਇੱਕ ਕਿੱਲ ਉੱਪਰ ਟੰਗ ਖਤ ਲਿਖਣ ਲਈ ਆਪਣਾ ਹੱਥ ਵਿਹਲਾ ਕੀਤਾ। ਇਹ ਕਿੱਲ ਵੀ ਕੰਧ ਉੱਪਰ ਚਾਨਣ ਦੀ ਲੀਕ ਬਣਿਆ ਹੋਇਆ ਹੈ। ਗੰਢ ਨੂੰ ਪੈਰਾਂ ਵਿੱਚ ਨਹੀਂ ਰੱਖ ਸਕਦੀ ਕਿਉਂਕਿ ਇਹ ਬੜੀ ਪਾਕੀਜ਼ਾ ਹੈ। ਇਹਦੇ ਵਿੱਚ ਕਈ ਹੁਸੀਨ ਸੁਪਨੇ ਨੇ ਜਿਹੜੇ ਮੁਹੱਬਤ, ਦੋਸਤੀ ਤੇ ਇਨਸਾਨ ਦੇ ਕਈ ਪਿਆਰੇ ਤਸੱਵਰ ਬੱਝੇ ਹੋਏ ਨੇ। ਤਸੱਵਰ ਬਹੁਤ ਪਿਆਰੇ ਨੇ। ਮਸਲਨ ਇਹ ਧਰਤੀ ਬਹੁਤ ਵੱਡੀ ਹੈ। ਇੱਥੇ ਹਰ ਕੌਮ ਦੇ, ਹਰ ਨਸਲ ਦੇ, ਹਰ ਮਜ਼ਹਬ ਦੇ ਤੇ ਹਰ ਵਿਸ਼ਵਾਸ ਦੇ ਲੋਕ ਅਮਨ ਚੈਨ ਨਾਲ ਵਸ ਸਕਦੇ ਨੇ। ਇੱਥੇ ਕਿਸੇ ਨੂੰ ਹਥਿਆਰ ਬਣਾਉਣ ਦੀ ਲੋੜ ਨਹੀਂ ਤੇ ਧਰਤੀ ਬੜੀ ਜ਼ਰਖੇਜ਼ ਹੈ। ਇੱਥੇ ਕਿਸੇ ਇਨਸਾਨ ਉੱਤੇ ਵੀ ਭੁੱਖਿਆਂ ਸੌਣ ਵਾਲੀ ਰਾਤ ਨਹੀਂ ਆਉਣੀ ਚਾਹੀਦੀ। ਮੈਂ ਖਤ ਆਪਣੀ ਉਸ ਵਾਰਸ ਨੂੰ ਲਿਖ ਰਹੀ ਹਾਂ ਜਿਸ ਨੂੰ ਮੈਂ ਇਸ ਦੁਨੀਆ ਤੋਂ ਜਾਣ ਲੱਗਿਆ ਇਹ ਗੰਢ ਦੇਣੀ ਹੈ। ਮੇਰੀ ਸਾਰੀ ਜ਼ਿੰਦਗੀ ਕਲਪਨਾ ਨੂੰ ਹਕੀਕਤ ਬਣਾਉਣ ਦੇ ਰਾਹ ਵੱਲ ਤੁਰੇ ਹੋਏ ਕੁਝ ਕਦਮ ਹੈ ਤੇ ਅੱਜ ਇਹ ਮੇਰਾ ਖਤ ਉਹਦੇ ਵੱਲ ਹੈ ਜਿਸ ਨੇ ਮੇਰੇ ਤੁਰੇ ਹੋਏ ਕਦਮਾਂ ਤੋਂ ਅੱਗੇ ਹੋਰ ਕਦਮ ਤੁਰਨੇ ਨੇ। ਖਤ ਦੀਆਂ ਇਹ ਸਤਰਾਂ ਪੜ੍ਹ ਕੇ ਭਗਤ ਸਿੰਘ ਦੀ ਯਾਦ ਆ ਜਾਂਦੀ ਹੈ ਜਿਸ ਨੇ ਫਾਂਸੀ ਦੇ ਤਖਤੇ ਵੱਲ ਜਾਣ ਤੋਂ ਪਹਿਲਾਂ ਪੜ੍ਹੀ ਜਾ ਰਹੀ ਕਿਤਾਬ ਦਾ ਪੰਨਾ ਮੋੜਿਆ ਸੀ, ਸ਼ਾਇਦ ਇਸ ਆਸ ਨਾਲ ਕਿ ਮੇਰੇ ਤੋਂ ਬਾਅਦ ਕੋਈ ਜ਼ਰੂਰ ਇਸ ਪੰਨੇ ਤੋਂ ਅਗਾਂਹ ਤੁਰੇਗਾ। ਅਮਰਤਾ ਪ੍ਰੀਤਮ ਨੇ ਵੀ ਜ਼ਰੂਰ ਅਜਿਹਾ ਸੁਪਨਾ ਲਿਆ ਹੋਵੇਗਾ। ਅਮਰਤਾ ਨੇ ਇੱਕ ਵਾਰ ਲਿਖਿਆ ਸੀ, ਮੈਂ ਤਿੜਕੇ ਘੜੇ ਦਾ ਪਾਣੀ ਕੱਲ ਤੱਕ ਨਹੀਂ ਰਹਿਣਾ। ਹੁਣ ਅਮਰਤਾ ਨਹੀਂ ਹੈ, ਫੇਰ ਵੀ ਜਿਉਂਦੀ ਹੈ ਸਾਡੇ ਮਨਾਂ ਵਿੱਚ ਅਤੇ ਆਪਣੇ ਸਿਰਜੇ ਸਾਹਿਤ ਵਿੱਚ। ਅੱਖਰਾਂ ਦੀ ਜਾਈ ਦੀ ਇਹ ਉਮਰ ਮੁੱਕਣ ਵਾਲੀ नहीं। हजारों साल नरगिस अपनी बेनूरी पे रोती है, बड़ी मुश्किल से होता है चमन में दीदावर पैदा।